ਉਹ ਪਹਿਲੀ ਗੱਲ ਤਾਂ ਤੁਹਾਡੇ ਜਿਹੜੇ ਬਾਰ-ਬਾਰ ਆਉਂਦੀ ਹੈ ਗੱਲ ਕਿ ਸਾਨੂੰ ਕੋਵਿਡ ਦੇ ਬਾਰੇ ਦੱਸੋ ਕਿ ਕੀ ਆਪਣਾ ਹੋ ਰਿਹਾ ਹੈ, ਕੀ ਕੈਸੇ ਚੱਲ ਰਿਹਾ ਪੰਜਾਬ ਦੇ ਵਿੱਚ। ਅੱਜ ਜਿਹੜੇ ਸਾਡੇ ਰਿਕਾਰਡ 'ਚ ਆਉਂਦੇ ਡੇਲੀ ਉਹ ਇਹ ਹੈ ਕਿ 13 ਮਈ ਨੂੰ ਉਹ ਜਿਹੜੇ 900 ਦੇ ਕਰੀਬ ਸੀ ਉਹ 13-10 ਤੇ ਪਹੁੰਚ ਗਿਆ। 14 ਮਈ ਨੂੰ 11, ਅੱਜ 13 ਔਰ ਟੋਟਲ ਸਾਡਾ 1932 ਸਾਡੇ ਕੋਵਿਡ ਸ਼ੁਰੂ ਤੋਂ ਹੀ ਜਦ ਤੋਂ ਸ਼ੁਰੂ ਹੋਇਆ 1932 ਬੰਦਿਆਂ ਨੂੰ ਹੋਇਆ ਸੀ। ਲੇਕਿਨ ਹੁਣ ਇਹ 10, 11, 13 ਇਸ ਲਾਈਨ 'ਤੇ ਚੱਲਦਾ ਹੈ। ਲੇਕਿਨ ਇਹ ਕੁਛ ਹੋਰ ਇਹਦੇ ਥੋੜ੍ਹੇ ਸਵਾਲ ਸੇ ਜੈਸੇ 50,000 ਬੰਦੇ ਅੱਜ ਸਾਨੂੰ ਪੰਜਾਬ ਛੱਡ ਕੇ ਬਿਹਾਰ ਤੋਂ, ਝਾਰਖੰਡ ਤੋਂ, ਯੂਪੀ ਤੋਂ ਵਾਪਸ ਆਪਣੇ ਘਰਾਂ 'ਚ ਜਾਂ ਉੱਤਰਾਖੰਡ ਤੋਂ ਜਾਣਾ ਚਾਹੁੰਦੇ ਨੇ, ਉੜੀਸਾ ਤੋਂ ਵੀ ਆਏ ਹੋਏ ਨੇ। ਅਤੇ ਮੈਂ ਉਹਨਾਂ ਨੂੰ ਅਸੀਂ ਉਹਨਾਂ ਦੀ ਟ੍ਰੇਨਾਂ ਕਰ ਰਹੇ ਹਾਂ। ਅੱਜ ਦੇ ਦਿਨ ਤਕਰੀਬਨ ਹੋ ਗਈਆਂ ਨੇ 130 ਟ੍ਰੇਨਾਂ ਆਪਣੀਆਂ ਜਾ ਚੁੱਕੀਆਂ ਨੇ। ਉਹਨੂੰ ਲਿਜਾ ਕੇ 17 ਤੋਂ 18 ਟ੍ਰੇਨਾਂ ਅਸੀਂ ਡੇਲੀ ਭੇਜ ਰਹੇ ਹਾਂ ਔਰ ਇਸ ਵੇਲੇ 84 ਟ੍ਰੇਨਾਂ ਯੂਪੀ ਜਾ ਚੁੱਕੀਆਂ ਔਰ 32 ਟ੍ਰੇਨਾਂ ਬਿਹਾਰ ਜਾ ਚੁੱਕੀਆਂ ਨੇ। ਜੋ ਅਸੀਂ ਪੰਜਾਬ ਦੇ ਲੋਕ ਅਸੀਂ ਇਹਦਾ ਪੇਮੈਂਟ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਘਰ ਪਹੁੰਚਾ ਸਕੀਏ। ਉਹਨਾਂ ਨੇ ਸੇਵਾ ਕੀਤੀ ਆਪਣੇ ਸੂਬੇ ਦੀ ਔਰ ਸਾਡੀ ਡਿਊਟੀ ਬਣਦੀ ਹੈ। ਇਸੀ ਹਾਲ ਨਾਲ ਸਾਡੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ 60,000 ਪੰਜਾਬੀ ਹਿੰਦੁਸਤਾਨ ਦੇ ਹੋਰ ਸੂਬਿਆਂ 'ਚੋਂ ਵਾਪਸ ਆਉਣਾ ਚਾਹੁੰਦੇ ਆ ਔਰ ਡਿਊਟੀ ਬਣਦੀ ਆ ਉਹ ਸੂਬਿਆਂ ਦੀ ਭੇਜਣ ਨੂੰ। ਲੇਕਿਨ ਅਗਰ ਉਹ ਨਹੀਂ ਭੇਜਣਗੇ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ। ਸਾਡੇ ਪੰਜਾਬੀ ਨੇ ਅਤੇ ਅਸੀਂ ਉਹਨਾਂ ਨੂੰ ਉੱਥੇ ਨਹੀਂ ਛੱਡਾਂਗੇ ਅਗਰ ਆਉਣਾ ਚਾਹੁੰਦੇ ਨੇ। ਅੱਜ ਤੁਸੀਂ ਇੱਕ ਸਵਾਲ ਮੈਨੂੰ ਇਹ ਵੀ ਕੀਤਾ ਸੀ ਕਿ ਬਾਹਰੋਂ ਅਸੀਂ ਆਉਣਾ ਚਾਹੁੰਦੇ ਹਾਂ। ਗਵਰਨਮੈਂਟ ਆਫ ਇੰਡੀਆ ਇਹਦੇ ਜਹਾਜ਼ ਕਈ ਜਹਾਜ਼ ਬੁਕਿੰਗ ਕੀਤੀ ਹੈ ਉਹਨਾਂ ਨੇ। 174 ਤਾਂ ਪਹਿਲਾਂ ਜਹਾਜ਼ ਕੀਤੇ ਨੇ, ਹੁਣ ਹੋਰ ਕਰਨ ਲੱਗੇ ਨੇ। ਔਰ ਜਿੱਥੇ ਵੀ ਸਾਡੇ ਹਿੰਦੁਸਤਾਨੀ ਬੈਠੇ ਨੇ ਔਰ ਆਉਣਾ ਚਾਹੁੰਦੇ ਨੇ ਔਰ ਤੁਸੀਂ ਪੰਜਾਬੀਓ ਜਿਹੜੇ ਬਾਹਰ ਬੈਠੇ ਹੋ ਔਰ ਆਉਣਾ ਚਾਹੁੰਦੇ ਹੋ, ਆਪਣੇ ਕੌਂਸਲ ਜਨਰਲ ਨੂੰ ਤੁਸੀਂ ਜਾ ਕੇ ਦੱਸੋ ਕੌਂਸੂਲੇਟ ਵਿੱਚ ਕਿ ਤੁਸੀਂ ਆਉਣਾ ਚਾਹੁੰਦੇ ਹੋ, ਨਾਮ ਨੋਟ ਕਰਾ ਲਓ ਤਾਂ ਕਿ ਤੁਸੀਂ ਵੀ ਉਸ ਜਹਾਜ਼ ਦੇ ਵਿੱਚ, ਅਸੀਂ ਉਹਨਾਂ ਨੂੰ ਦੱਸਾਂਗੇ, ਤੁਸੀਂ ਵੀ ਉਹ ਜਹਾਜ਼ ਦੇ ਵਿੱਚ ਆ ਸਕੋ ਵਾਪਸ। ਤਾਂ ਇਹ ਹੈ, ਜਦ ਆਓਗੇ ਤੁਸੀਂ ਪੁੱਛ ਰਹੇ ਹੋ ਮੈਨੂੰ ਤਾਂ ਸਾਡਾ ਕੁਆਰੰਟੀਨ ਹੋਏਗਾ, ਤੁਹਾਡਾ ਟੈਸਟਿੰਗ ਹੋਏਗੀ ਤੁਹਾਡੀ ਔਰ ਕੁਆਰੰਟੀਨ 14 ਦਿਨ ਦੀ। ਅਗਰ ਤਾਂ ਤੁਸੀਂ ਪੋਜ਼ੀਟਿਵ ਹੋ ਫਿਰ ਤਾਂ ਤੁਹਾਨੂੰ ਜਾਣਾ ਪਵੇਗਾ ਇਨਟੂ ਹੌਸਪੀਟਲ ਜਿੱਥੇ ਤੁਹਾਡੇ ਆਪਣਾ ਇਲਾਜ ਕਰਾਉਣਾ ਔਰ ਤੁਸੀਂ ਇਲਾਜ ਤੋਂ ਬਾਅਦ ਆਪਣੇ ਘਰ ਜਾ ਸਕੋਗੇ। ਜਿਨ੍ਹਾਂ ਨੂੰ ਸਿਰਫ ਏਸਿਮਟੋਮੈਟਿਕ ਹੋ ਜਾਂ ਕੁਛ ਬਿਮਾਰੀ ਨਹੀਂ ਹੈ ਉਹਨਾਂ ਨੂੰ ਅਸੀਂ ਘਰ ਭੇਜ ਦਾਂਗੇ ਕੁਆਰੰਟੀਨ ਵਾਸਤੇ। ਤੁਸੀਂ ਘਰਾਂ 'ਚ ਬੈਠੋ ਔਰ ਤੁਹਾਨੂੰ 14 ਦਿਨ ਉੱਥੇ ਬਿਤਾਉਣੇ ਪੈਣਗੇ। ਫਿਰ ਤੁਹਾਡਾ ਟੈਸਟ ਹੋਊ, ਅਗਰ ਤੁਸੀਂ ਠੀਕ ਹੋ ਫਿਰ ਤੁਸੀਂ ਆਪਣੀ ਇਹ ਕੁਆਰੰਟੀਨ ਦਾ ਕੰਮ ਤੁਹਾਡਾ ਬੰਦ ਹੋ ਜਾਊਗਾ। ਇਹ ਗੱਲਾਂ ਤੁਸੀਂ ਮੈਨੂੰ ਇਹ ਪੁੱਛੀਆਂ ਨੇ ਕੋਵਿਡ ਦੇ ਬਾਰੇ, ਇਹ ਮੈਂ ਤੁਹਾਨੂੰ ਦੱਸਿਆ। ਬਾਹਰੋਂ ਇਸ ਵੇਲੇ ਜੈਸੇ ਮੈਂ ਤੁਹਾਨੂੰ ਦੱਸਿਆ 60,000 ਦਾ ਕਰੀਬ ਪੰਜਾਬੀ ਬਾਹਰੋਂ ਹਿੰਦੁਸਤਾਨ ਦੇ ਸੂਬਿਆਂ ਤੋਂ ਆਉਣਾ ਚਾਹੁੰਦੇ। ਲੇਕਿਨ ਇਹ 60 ਤਾਂ ਬਹੁਤ ਅੱਗੇ ਵੱਧ ਸਕਦਾ ਹੈ। ਇਹ ਤਾਂ ਸਿਰਫ ਸਾਡੇ ਵੈਬਸਾਈਟ 'ਤੇ ਆਇਆ ਔਰ ਵੈਬਸਾਈਟ ਤੋਂ ਇਲਾਵਾ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਸਾਡਾ ਵੈਬਸਾਈਟ ਕੀ ਹੈ ਕਿਤੇ ਨਹੀਂ। ਜਿਹੜੇ ਕੋਈ ਰਹਿ ਜਾਂਦੇ ਹੋ ਤੁਸੀਂ, ਅਗਰ ਤੁਸੀਂ ਆਉਣਾ ਚਾਹੁੰਦੇ ਹੋ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਲਿਆਵਾਂਗੇ। ਔਰ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ, ਜੋ ਸਾਨੂੰ ਖਬਰ ਆਈ ਹੈ ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ ਕਿ ਤਕਰੀਬਨ 20,000 ਦੇ ਕਰੀਬ ਆਪਣੇ ਪੰਜਾਬੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ। ਤਾਂ ਜੈਸੇ ਮੈਂ ਤੁਹਾਨੂੰ ਦੱਸਿਆ ਆਪਣੇ ਕੌਂਸੂਲੇਟਾਂ ਨੂੰ ਆਪਣਾ ਨਾਂ ਪਹੁੰਚਾਓ ਜ਼ਰੂਰ। ਸਕੂਲਾਂ ਦੇ ਬਾਰੇ ਕੋਈ ਇਨਕਰੀਜ਼ ਨਹੀਂ ਹੋਏਗੀ ਉਹਨਾਂ ਦੀ ਫੀਸ ਦੀ ਇਸ ਸਾਲ। ਮੈਂ ਇਹਨਾਂ ਨੂੰ ਭੇਜ ਚੁੱਕਿਆ ਆਰਡਰ ਕਿ ਕੋਈ ਤੁਸੀਂ ਜਿਹੜਾ 8% ਅਸੀਂ ਇਨਕਰੀਜ਼ ਅਲਾਉ ਕਰ ਦਿੰਦੇ ਹਾਂ ਆਪਣੇ ਪ੍ਰਾਈਵੇਟ ਸਕੂਲਸ ਨੂੰ ਕਿ ਤੁਸੀਂ 8% ਤਾਈਂ ਆਪਣਾ ਵਧਾ ਸਕਦੇ ਹੋ ਆਪਣੀ ਫੀਸ, ਉਹ ਨਹੀਂ ਹੋਣਗੀਆਂ ਇਸ ਸਾਲ। ਪਹਿਲੀ ਗੱਲ ਤਾਂ ਇਹ ਹੈ। ਦੂਸਰਾ, ਔਨਲਾਈਨ ਐਜੂਕੇਸ਼ਨ ਰੱਖਣ, ਕਿਉਂਕਿ ਸਾਨੂੰ ਨਹੀਂ ਪਤਾ। ਅੱਜ ਮੈਨੂੰ ਤੁਸੀਂ ਪੁੱਛੋ ਕਿ ਕਿੰਨੀ ਦੇਰ ਕੋਵਿਡ ਚੱਲੇਗਾ, ਉਹ ਵੀ ਸਵਾਲ ਹੈ ਇੱਕ ਤੁਹਾਡਾ। ਮੈਂ ਕੈਸੇ ਦੱਸਾਂ ਤੁਹਾਨੂੰ ਕਿ ਦੁਨੀਆ 'ਚ ਨਹੀਂ ਪਤਾ ਕੈਸੇ ਚੱਲ ਰਿਹਾ। ਨੋਬਡੀ ਨੋਜ਼। ਇਹ ਬਿਮਾਰੀ ਇਹੋ ਜਿਹੀ ਹੈ ਜਿਹੜੀ ਚਾਈਨਾ ਤੋਂ ਸ਼ੁਰੂ ਹੋਈ ਔਰ ਚਾਈਨਾ 'ਚ ਫਿਰ ਵਾਪਸ ਪਹੁੰਚ ਗਈ। ਅਮਰੀਕਾ ਦਾ ਦੇਖੋ ਕੀ ਹਾਲ ਹੈ, ਲੱਖਾਂ ਦੇ ਕਰੀਬ ਉੱਥੇ ਲੋਕ ਬਿਮਾਰ ਹੋ ਗਏ ਔਰ ਪਤਾ ਨਹੀਂ 70-80 ਹਜ਼ਾਰ ਦੇ ਕਰੀਬ ਤਾਂ ਮਰ ਗਏ ਨੇ ਉੱਥੇ। ਇਹ ਸਾਰੇ ਕਿਤੇ ਦੁਨੀਆ ਚੱਲੀ ਹੈ ਤਾਂ ਕੋਈ ਕੰਟਰੋਲ ਨਹੀਂ। ਨਾ ਸਾਨੂੰ ਪਤਾ ਹੈ ਬਿਮਾਰੀ ਬਾਰੇ, ਨਾ ਡਾਕਟਰਾਂ ਨੂੰ, ਸਾਇੰਟਿਸਟ ਨੂੰ, ਕਿਸੇ ਨੂੰ ਪਤਾ ਇਸ ਦੇ ਬਾਰੇ। ਤਾਂ ਇਹ ਕਰਕੇ ਸਕੂਲ ਸਾਨੂੰ ਬੰਦ ਰੱਖਣੇ ਪੈਣਗੇ ਜਦ ਤਾਈਂ ਕੁਛ ਇਹਦੀ ਜਾਣਕਾਰੀ ਨਹੀਂ ਹੁੰਦੀ ਔਰ ਇਹ ਨਹੀਂ ਪਤਾ ਲੱਗਦਾ ਕਿ ਇਹਦਾ ਅਸੀਂ ਕੈਸੇ ਇਲਾਜ ਇਹਦਾ ਕਰਾਂਗੇ। ਸੋ ਇਹ ਤੁਹਾਨੂੰ ਔਖੀ ਘੜੀ ਤੁਹਾਨੂੰ ਕੱਟਣੀ ਪਊ। ਮੈਂ ਜਾਣਦਾ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਨਹੀਂ ਹੋਣੀ, ਲੇਕਿਨ ਔਨਲਾਈਨ ਤੁਸੀਂ ਅਗਰ ਜਿਹੜੇ ਸਕੂਲ ਕਰ ਸਕਦੇ ਨੇ ਤੁਸੀਂ ਕਰੋ। ਉਹਦੇ ਵਾਸਤੇ ਔਨਲਾਈਨ ਵਾਸਤੇ ਤਾਂ ਵੱਖ ਗੱਲ ਹੈ। ਲੇਕਿਨ ਹੋਰ ਕੋਈ ਬਿੱਲ ਨਹੀਂ ਤੁਸੀਂ ਲਾਉਣੇ, ਜੈਸੇ ਬਿਲਡਿੰਗ ਚਾਰਜਸ ਹੁੰਦੇ ਨੇ, ਟਰਾਂਸਪੋਰਟੇਸ਼ਨ ਚਾਰਜਸ, ਮੀਲ ਚਾਰਜਸ ਵਗੈਰਾ, ਇਹ ਨਹੀਂ ਲੱਗਣਗੇ। ਅਗਰ ਤੁਸੀਂ ਔਨਲਾਈਨ ਦੀ ਸਿਖਲਾਈ ਹੈ
ਉਹਦਾ ਜਿਹੜਾ ਕੁਝ ਤੁਹਾਡਾ ਖਰਚਾ ਹੁੰਦਾ ਉਹ ਤੁਸੀਂ ਬੇਸ਼ੱਕ ਚਾਰਜ ਕਰ ਸਕਦੇ ਹੋ। ਤੋ ਇਹ ਗੱਲਾਂ ਅਸੀਂ ਕਈ ਚੀਜ਼ਾਂ ਇਹ ਪ੍ਰਾਈਵੇਟ ਸਕੂਲਸ ਨੂੰ ਲਿਖ ਕੇ ਭੇਜੀਆਂ ਨੇ, ਅਖਬਾਰ 'ਚ ਆ ਜਾਣਗੀਆਂ। ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਜ਼ਰੂਰ। ਔਰ ਜੈਸੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੰਮ ਹੁਣ ਦਬਣ ਲੱਗ ਗਿਆ ਔਰ ਕੋਈ ਇਹਦਾ ਕੋਈ ਇਲਾਜ ਮਿਲ ਰਿਹਾ ਤਾਂ ਅਸੀਂ ਸਕੂਲ ਖੋਲ੍ਹ ਸਕਾਂਗੇ। ਇਹ ਤੁਹਾਡੇ ਬੱਚਿਆਂ ਦੀ ਬਿਹਤਰੀ ਵਾਸਤੇ ਹੈ, ਤੁਹਾਡੇ ਪਰਿਵਾਰ ਦੀ ਔਰ ਤੁਹਾਡੇ ਬੱਚਿਆਂ ਦੀ ਸਿਹਤ ਵਾਸਤੇ ਹੈ। ਐਂਡ ਆਈ ਐਮ ਨਾਟ ਵਿਲਿੰਗ ਟੂ ਟੇਕ ਰਿਸਕ। ਮੈਂ ਰਿਸਕ ਨਹੀਂ ਲਊਂਗਾ ਕਿ ਤੁਹਾਡੇ ਬੱਚਿਆਂ ਨੂੰ ਮੈਂ ਇੱਥੇ ਇਹੋ ਜਿਹੀ ਚੀਜ਼ 'ਚ ਫਸਾਵਾਂ ਜਿੱਥੇ ਉਹਨਾਂ ਨੂੰ ਬਿਮਾਰੀਆਂ ਹੋਣ ਜਿਹਦੇ ਤੋਂ ਸ਼ਾਇਦ ਨਿਕਲ ਨਾ ਸਕਣ। ਤੋ ਇਹ ਜ਼ਰੂਰੀ ਹੈ, ਮੇਰੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਇਸ ਜ਼ਿੰਮੇਵਾਰੀ ਦਾ ਮੇਰਾ ਸਾਥ ਦਿਓਗੇ। ਖੁਸ਼ੀਆਂ ਇਸ ਗੱਲ ਦੀਆਂ ਜ਼ਰੂਰ ਨੇ ਕਿ ਜੈਸੇ ਤੁਸੀਂ ਮੈਨੂੰ ਇਹ ਵੀ ਪੁੱਛਿਆ ਸੀ ਫਸਲ ਦੇ ਬਾਰੇ ਕਿ ਤੁਸੀਂ ਹੁਣ ਸਾਉਣੀ ਆ ਰਹੀ ਹੈ, ਸਾਉਣੀ ਦੀ ਆਪਾਂ ਫਸਲ ਕੀ ਕਰਾਂਗੇ। ਪਹਿਲਾ ਗੱਲ ਤਾਂ ਇਹ ਹੈ ਵਧਾਈ ਤੁਹਾਨੂੰ ਕਿ 123 ਲੱਖ ਟਨ ਆਪਣੀ ਕਣਕ ਆ ਚੁੱਕੀ ਹੈ ਔਰ ਦਿਨ ਪਰ ਦਿਨ 1 ਲੱਖ ਸਵਾ ਲੱਖ ਡੇਲੀ ਆ ਰਹੀ ਹੈ। ਦੇਖਦੇ ਹਾਂ ਕਿੱਥੇ ਤਾਈਂ ਪਹੁੰਚਦੀ ਹੈ। ਲੇਕਿਨ ਇਹ ਕਿਸਾਨਾਂ ਦੀ ਹਿੰਮਤ ਹੈ, ਤੁਹਾਡੇ ਸਾਰਿਆਂ ਦੀ ਹਿੰਮਤ ਹੈ ਜਿਨ੍ਹਾਂ ਦੇ ਕਰਕੇ ਹੋਇਆ। ਤੁਸੀਂ ਮੈਨੂੰ ਫਿਰ ਪੁੱਛਿਆ ਸੀ ਕਿ ਸਾਉਣੀ ਦੇ ਬਾਰੇ ਕਿ ਅਸੀਂ 1 ਜੂਨ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ। 1 ਜੂਨ ਤੋਂ ਤੁਸੀਂ ਕਰੋਗੇ ਨਾ ਝੋਨੇ ਨੂੰ ਸ਼ੁਰੂ, ਉਹ ਤਾਂ ਅਗਸਤ ਦੀ ਅਖੀਰ ਦੇ ਪਹਿਲੇ ਹਫ਼ਤੇ ਸਪਟੈਂਬਰ ਦੇ ਵਿੱਚ ਪੱਕ ਜੂਗੀ। ਤੁਸੀਂ ਕੱਟੋਗੇ ਕੈਸੇ, ਵੱਢੋਗੇ ਕੈਸੇ, ਉਹਦੀ ਮੋਇਸਚਰ ਲੈਵਲ ਇੰਨੀ ਹਾਈ ਹੋ ਜਾਣੀ। ਇਸ ਕਰਕੇ ਇਹ ਨਾ ਤੁਸੀਂ ਗਲਤੀ ਕਰ ਬੈਠਣਾ। ਅਸੀਂ 10 ਤਰੀਕ ਤੁਹਾਨੂੰ ਦਿੱਤੀ ਹੈ, ਅਗਰ ਤੁਸੀਂ 1 ਜੂਨ ਤੋਂ ਲਿਆਉਂਦੇ ਹੋ ਤਾਂ ਤੁਹਾਡੀ 25 ਅਗਸਤ ਤਾਈਂ ਪੱਕ ਜਾਣੀ ਹੈ, ਜਦ ਸਭ ਤੋਂ ਜ਼ਿਆਦਾ ਬਾਰਿਸ਼ ਉਦੋਂ ਹੁੰਦੀ ਹੈ। ਕਿ ਇਹਦਾ ਫਾਇਦਾ ਕੀ ਹੈ ਦੱਸੋ ਪਹਿਲਾਂ ਸ਼ੁਰੂ ਕਰਨ ਤੋਂ। ਤਾਂ ਤੁਸੀਂ ਇਹ ਮੇਰੀ ਗੱਲ ਮੰਨੋ, 10 ਜੂਨ ਠੀਕ ਟਾਈਮ ਹੈ। ਉਹ ਫਿਰ ਸਪਟੈਂਬਰ ਵਿਚਾਲੇ ਜਾ ਕੇ ਇਹ ਪੱਕੂਗੀ, ਉਦੋਂ ਤੁਸੀਂ ਇਸ ਨੂੰ ਵਾਢੀ 'ਚ ਲੱਗ ਸਕਦੀ ਹੈ ਔਰ ਮੰਡੀ 'ਚ ਆ ਸਕਦੀ ਹੈ। ਤਾਂ ਇਹ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ। ਹੋਰ ਥੋੜ੍ਹੇ ਸਵਾਲ ਸੇ ਸਰਕਾਰ ਗਵਰਨਮੈਂਟ ਆਫ ਇੰਡੀਆ ਨੂੰ ਫਲਾਈਟਾਂ ਅਤੇ ਟ੍ਰੇਨ ਲਾਉਣੇ ਚਾਹੀਦੇ ਨੇ। ਮੈਂ ਸਮਝਦਾ ਲਾਉਣੇ ਚਾਹੀਦੇ ਨੇ। ਔਰ ਫਲਾਈਟਾਂ ਤਾਂ ਜੈਸੇ ਮੈਂ ਤੁਹਾਨੂੰ ਕਿਹਾ ਲੋਕਾਂ ਨੂੰ ਲੈ ਕੇ ਆ ਰਹੇ ਨੇ ਬਾਹਰੋਂ, ਔਰ ਟ੍ਰੇਨਾਂ ਤਾਂ ਹੁਣ ਚੱਲ ਹੀ ਰਹੀਆਂ ਨੇ। ਅਸੀਂ ਜਿਹੜੇ ਆਪਣੇ ਬੰਦੇ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਜਦੋਂ ਬੰਦਿਆਂ ਨੂੰ ਪਹੁੰਚਾ ਦੇਣ ਆਪਣੇ ਆਪਣੇ ਸੂਬਿਆਂ ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੂੰ ਚਾਲੂ ਕਰਨਾ ਚਾਹੀਦਾ। ਮੈਂ ਇਹਦੇ ਸਹਿਮਤ ਹਾਂ। ਤੁਸੀਂ ਇਹ ਵੀ ਕਿਹਾ ਕਿ ਮੈਂ ਇੱਕ ਛੋਟਾ ਇਹ ਸੰਗਰੂਰ ਤੋਂ ਆਇਆ ਕਿ ਮੈਂ ਇੱਕ ਛੋਟਾ ਬਿਜ਼ਨਸਮੈਨ ਹੈ ਲੁਧਿਆਣੇ ਤੋਂ, ਅਤੇ ਮੈਂ ਪਿਛਲੇ 2 ਮਹੀਨਿਆਂ 'ਚ ਮੇਰੀ ਕੋਈ ਕਮਾਈ ਨਹੀਂ ਹੋਈ। ਮੈਂ ਆਪਣਾ ਬਿਜ਼ਨਸ ਕੈਸੇ ਖੋਲ੍ਹ ਸਕਦਾ? ਦੁਕਾਨ ਹੋਣੀ, ਉਹਦੀ ਕੁਛ ਛੋਟਾ ਜਿਹਾ ਕੰਮ ਹੋਣਾ। ਅਸੀਂ ਇਹਦਾ ਅਗਲੇ 2 ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਇਹਦਾ ਕੱਢ ਕੇ ਦੇਵਾਂਗੇ। ਅਸੀਂ ਵੱਧ ਤੋਂ ਵੱਧ ਤੁਹਾਡੇ ਛੋਟੇ ਬਿਜ਼ਨਸਿਸ ਜਿਹੜੀਆਂ ਨੇ, ਤੁਹਾਡੇ ਦੁਕਾਨਾਂ ਨੇ, ਉਹ 18 ਤਰੀਕ ਨੂੰ ਤੁਹਾਨੂੰ ਪਤਾ ਹੈ ਸਾਡਾ ਲੋਕਡਾਊਨ ਇਹ ਪਹਿਲਾ ਨੰਬਰ 3 ਲੋਕਡਾਊਨ ਖਤਮ ਹੋ ਰਿਹਾ ਔਰ ਉਸ ਤੋਂ ਬਾਅਦ ਆਪਾਂ ਨੇ ਫੈਸਲਾ ਕਰਨਾ ਚੌਥੇ ਲੋਕਡਾਊਨ ਦਾ। ਲੇਕਿਨ 18 ਤਰੀਕ ਨੂੰ ਮੈਂ ਤੁਹਾਡੀਆਂ ਵੱਧ ਤੋਂ ਵੱਧ ਦੁਕਾਨਾਂ ਔਰ ਬਿਜ਼ਨਸਿਸ ਤੁਹਾਡਾ ਖੋਲ੍ਹਾਂਗਾ ਜਿੱਥੇ ਕੰਟੇਨਮੈਂਟ ਏਰੀਆਜ਼। ਹੁਣ ਮੈਨੂੰ ਇਹ ਰੈੱਡ, ਔਰੇਂਜ ਅਤੇ ਹਰਾ, ਇਹ ਜਿਹੜਾ ਲਾਲ, ਕੇਸਰੀ ਅਤੇ ਹਰਾ ਜਿਹੜੇ ਰੰਗ ਰੱਖੇ ਨੇ, ਮੈਂ ਇਹਦੇ ਨਾਲ ਕੋਈ ਸਹਿਮਤ ਨਹੀਂ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਿਹਾ ਸੀ ਉਸ ਦਿਨ ਬੋਲਦੇ ਹੋਏ ਕਿ ਇਹ ਗੱਲਾਂ ਮੈਨੂੰ ਨਹੀਂ ਪਤਾ, ਇਹ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹਾਲਾਤ ਨੇ। ਚੀਫ ਮਿਨਿਸਟਰ ਹੋਰ ਸੂਬਿਆਂ ਨੂੰ ਪਤਾ ਹੈ, ਸਾਨੂੰ ਸਾਡੇ 'ਤੇ ਛੱਡੋ ਕਿ ਅਸੀਂ ਕੀ ਕਰਾਂਗੇ। ਅਤੇ ਅਸੀਂ ਹੁਣ ਰੱਖਾਂਗੇ ਕਨਫਾਈਨਮੈਂਟ ਜ਼ੋਨ ਜਾਂ ਨਾਨ ਕਨਫਾਈਨਮੈਂਟ ਜ਼ੋਨ। ਕਨਫਾਈਨਮੈਂਟ ਜ਼ੋਨ ਦੇ ਜਿੱਥੇ ਬਿਮਾਰੀ ਆ ਉੱਥੇ ਮੁਹੱਲੇ ਨੂੰ ਸੀਲ ਆਫ ਕਰਕੇ ਬਾਕੀ ਸ਼ਹਿਰ ਮੇਰੇ ਖੋਲ੍ਹਣ ਦਾ ਪੂਰਾ ਇਰਾਦਾ ਹੈ ਔਰ 18 ਤਰੀਕ ਨੂੰ ਅਸੀਂ ਇਹ ਕਰਾਂਗੇ ਤਾਂ ਕਿ ਤੁਸੀਂ ਆਪਣੇ ਬਿਜ਼ਨਸਿਸ ਉੱਥੇ ਚਲਾ ਸਕੋ। ਮੈਨੂੰ ਅਫਸੋਸ ਹੈ ਕਿ ਤੁਹਾਡਾ ਨੁਕਸਾਨ ਹੋਇਆ, ਲੇਕਿਨ ਕਰੀਏ ਕੀ, ਇਹ ਤਾਂ ਸਾਡੇ ਸਾਰਿਆਂ ਦੇ ਹੱਥ ਤੋਂ ਬਾਹਰ ਸੀ ਗੱਲ। ਔਰ ਅਸੀਂ ਪਹਿਲਾਂ ਮੇਰੇ ਵਾਸਤੇ ਪੰਜਾਬੀਆਂ ਦੀ ਜਾਨ ਦਾ ਖਤਰਾ ਸੀ, ਉਹ ਦੂਰ ਕਰਨਾ ਸੀ। ਤੁਹਾਡੀ ਜਾਨਾਂ ਬਚਾਉਣੀਆਂ ਸੀ, ਤੁਹਾਡੇ ਇਹ ਪਰਿਵਾਰਾਂ ਨੂੰ ਇਸ ਬਿਮਾਰੀ ਤੋਂ ਦੂਰ ਰੱਖਣਾ ਸੀ। ਇਹ ਮੇਰਾ ਪਹਿਲਾ ਸੀ। ਉਸ ਤੋਂ ਬਾਅਦ ਸੀ ਬਿਜ਼ਨਸ, ਇੰਡਸਟਰੀ ਵਗੈਰਾ। ਲੇਕਿਨ ਹੁਣ ਸਮੇਂ ਆ ਗਿਆ, ਕਿਉਂਕਿ ਮੈਨੂੰ ਪਤਾ ਹੈ ਕਈ ਲੋਕ ਤਾਂ ਜੋ ਦੁਕਾਨਾਂ ਤੋਂ ਕਮਾਉਂਦੇ ਨੇ ਉਹੀ ਖਾਂਦੇ ਨੇ, ਅਤੇ ਇਸ ਤਰੀਕੇ ਨਾਲ 2 ਹਫ਼ਤੇ 2 ਮਹੀਨੇ ਤਾਂ ਬਹੁਤ ਲੰਬਾ ਹੋ ਜਾਂਦਾ ਅਰਸਾ। ਤਾਂ ਇਸ ਕਰਕੇ ਇਹਦਾ ਅਸੀਂ 18 ਤਰੀਕ ਨੂੰ ਐਲਾਨ ਕਰਾਂਗੇ ਤਾਂ ਕਿ ਤੁਸੀਂ ਆਪਣੇ ਵਿੱਚ ਉੱਥੇ ਕੰਮ ਚਲਾ ਸਕੋ। ਇੰਡਸਟਰੀਅਲਿਸਟ ਦਾ ਇੱਕ ਹੋਰ ਆਇਆ ਕਿ ਵੀ ਆਰ ਨਾਟ ਗੈਟਿੰਗ ਚਾਂਸ ਟੂ ਓਪਨ ਫੈਕਟਰੀਜ਼ ਥੋੜ੍ਹੀਆਂ ਖੁਲਾਤੀਆਂ ਵੱਡੀਆਂ, ਜਿਹੜੇ ਨੋਨ ਰੈੱਡ ਜ਼ੋਨ, ਜਿਹੜਾ ਕੰਟੇਨਮੈਂਟ ਜ਼ੋਨ ਦੇ ਵਿੱਚੋਂ, ਉਹ ਤਾਂ ਖੁੱਲ੍ਹ ਗਈਆਂ ਨੇ। ਬਾਕੀ ਮੈਂ ਤੁਹਾਨੂੰ 18 ਨੂੰ ਜਿਹੜੇ ਛੋਟੇ ਬਿਜ਼ਨਸਿਸ, ਕਿਤੇ ਜਿਹੜੇ ਲੋਕ ਕਹਿੰਦੇ ਨੇ
कि वो ऑरेंज जोन या रेड जोन है जी मैं चक दी है। मैं तो कहना है कि कन्फाइनमेंट जोन है या नॉन कन्फाइनमेंट जोन। कन्फाइनमेंट जोन विच जिथे मुहल्ला है उसनू आइसोलेट करांगे, एक बफर जोन छड्ड दांगे और बाकी असी सब कुछ खोल देंगे। तो और यही मैं प्राइम मिनिस्टर साहब ने कहा सी कि तुसी इस काम का सानू छुट दिओ ताकि असी सानू पता है साढ़े विच कैसे है। साड़ी डिप्टी कमिश्नर साड़ी एडमिनिस्ट्रेशन आप ही सामभ लूगी इसनू, ये वारी करने की लोड़ नहीं। लेकिन मैं चाहता कि ज़्यादा तो ज़्यादा साड़ी कॉमर्स बढ़े, साड़ी बिजनेस बढ़े, साड़ी इंडस्ट्री बढ़े और साढ़े लोगों की नौकरियां बढ़न और थोड़े आमदन के साधन बनन। ये हुण उस काम पर आ गए असीं और उस काम पर असीं पूरा जोर थोड़े नाल लगना है। ਜਿਹੜੀ ਤੁਸੀਂ ਦੋ ਗੱਲਾਂ ਕਹੀਆਂ ਸੀਆਂ ਇੰਡਸਟਰੀ ਵਾਸਤੇ ਸਟਿਮੂਲਸ ਜਾਂ ਹੈਲਪ EMI ਵਗੈਰਾ, ਇਹ ਗਵਰਨਮੈਂਟ ਆਫ ਇੰਡੀਆ ਦੇ ਹੱਥ ਵਿੱਚ ਹੈ। ਅਸੀਂ ਇਹਦੇ ਬਾਰੇ 26 ਮਾਰਚ ਨੂੰ ਮੈਂ ਇੱਕ ਚਿੱਠੀ ਲਿਖ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਨੂੰ ਔਰ ਮੈਂ ਉਸ ਨੂੰ ਫੋਲੋ ਅਪ ਕਰਾਂਗਾ ਕਿ ਜਿਹੜੇ ਹੁਣ ਤੁਸੀਂ ਐਲਾਨ ਕਰ ਰਹੇ ਹੋ ਯਾਨੀ ਕਿ 20 ਲੱਖ ਕਰੋੜ ਅਸੀਂ ਪੂਰੇ ਹਿੰਦੁਸਤਾਨ ਦੇਣਾ, ਉਹ ਉਹਨਾਂ ਕਿ ਕੀ ਦੇਣਾ ਹੈ, ਕੀ ਲੈਣਾ ਹੈ, ਕੈਸੇ ਦੇਣਾ ਹੈ, ਕੀ ਕੁਝ ਕਰਨਾ ਹੈ, ਉਹ ਅਸੀਂ ਲਿਖ ਰਹੇ ਹਾਂ ਲੈਟਰ। ਇੱਕ ਮੈਂ 20 ਮਾਰਚ ਨੂੰ ਇਸ ਤੋਂ ਬਹੁਤ ਪਹਿਲਾਂ एक मैं लैटर लिख चुकिया सी जो मैं ठीक समझदा सी कि गल्लां होणियां चाहीदियां ने। हुण इन्हां दी अनाउंसमेंट तो बाद, दिल्ली दी अनाउंसमेंट तो बाद मैं वो गल्लां नूं एक अमली जामा बना के ये मैं लिखना चाहुंदा दोबारा कि फलानी फलानी 1 2 3 4 ये पॉइंट्स बना के कि इन्हां दे विच तुसीं साडी इस तरीके नाल हैल्प कर सकदे हो जो तुसीं ऐलान कीता है। आई एग्री विथ यू जिहड़ी तुसीं गल कही है कि एडिशनल फसल दाणा वगैरह खाना वगैरह देना चाहिए गरीबों वास्ते और थोनू ये बुरा लगता है, बुरा तो मैनू भी लगता है। लेकिन जोड़ा बच्चा बंदा अपने बच्चे नू रोटी नहीं खवा सकता वो फिर साड़ी ड्यूटी बन जाती है। थोनू पता कितना असी दे चुके हैं इस वे 1 करोड़ पैकेट असी दे चुके हैं, 3 करोड़ की अपनी आबादी है लेकिन हाले भी लोगों को पूरी रोटी नहीं मिल रही क्योंकि ये जोड़े माइग्रेंट लेबर है या अपनी लेबर है या BPL साड़ी फैमिलीज़ ने। हुण माइग्रेंट लेबर तो 13 लाख बैठी है, वो जदों उन्होंने कोई नौकरी ना मिले तो फिर वो बेचारे रोटी खाणगे कित्थों, तो दिहाड़ीदार ने सारे। इस करके सानू रोटी देनी पै रही है और चल रही है इस वेले, बंद नहीं हो रही, असीं बंद नहीं करांगे। असीं जिहड़ा भुक्खा, मैं पहला कहा एक बार पंजाब दे विच असीं किसी नूं भुक्खे सौण नहीं देना और यही गल ते असीं जो कुछ लोड़ है सानू ये गरीबां दी मदद करने वास्ते ये साडी सारिਆਂ दी ड्यूटी बनती है और सरकार दी ड्यूटी बनती है कि उन्हां नूं असीं पूरा उन्हां दा राशन पानी सारा दे सकीए। तुसीं फिर कहा सी कि पंजाब ट्रांसपोर्ट कदों रिज्यूम हो जाएगी, ये मैं तुहानूं दसदा 18 तरीक तो असीं रिज्यूम करांगे जिस दिन कोविड पहला होएगा। हुण मैं कोविड के बारे तुहानूं एक गल दसना चाहुंदा कि 18 तरीक नूं ये जिहड़ा लॉकडाउन सी नंबर 3 लॉकडाउन ये बंद होना है। पता नहीं गवर्नमेंट ऑफ इंडिया की अनाउंस कर रही है या नहीं अनाउंस कर रही, लेकिन मैं इस गल नूं अगे लैके जावांगा। मैं कर्फ्यू हटा देनी है, कोई कर्फ्यू नहीं होएगा पंजाब 18 तरीक तो, लेकिन लॉकडाउन असीं रखांगे। ये थोड़ी हिम्मत और ये लॉकडाउन का है कि साडे पंजाब अज बचा हुआ है, तो इस करके सानू लॉकडाउन रखना पऊ जब तक सारे पंजाबी घर नहीं आउंदे। लेकिन मैं उहदे च राहत बड़ी देऊँगा, मैं राहत देऊँगा, लेकिन तुसीं मेरा हुण साथ तुहानूं देना पऊ। देखो मैं नहीं चाहता कि ये बीमारी ज़्यादा फैले इत्थे। हुण मेरी एक तुहानूं बेनती हो रहा है कि मैं 31 मई ताईं इसनूं फिर लेके जाऊँगा, बड़ी राहत मिलेगी उहदे च, लेकिन तुसीं मेरा साथ देना है ताकि ये होर फैले ना। ये जिहड़े लोग आउणगे 60,000 एक और 20,000 होर 80,000 होर लोग पंजाब दे विच आउणगे, अगर ये लियाउणगे इसने थोड़ा कंट्रोल आपां नूं रखना पऊ और वाहिगुरू करे 31 मार्च ताईं आपां नूं फिर अगे जाण दी लोड़ ना पवे। अगर आपां कंट्रोल कर सकीए और कंट्रोल करना और इहदा संभाल करनी ये थोड़े हत्थ दे विच है। तो मैं आस करदा कि तुसीं मेरी गल फिर मन्नोगे एक बार और आपां अपने पंजाब नूं इस बीमारी तो कढीए और आपां उसनूं बचाईए। एक सवाल तुसीं कीता सी कि गवर्नमेंट दे विच तुसीं रिक्रूटमेंट करोगे या नहीं। ये तुहानूं पता है कि असीं अपने पिछले बजट सैशन के दौरान ऐलान किया सी कि असीं 1 लाख नौकरियां इहदे विच इस साल दे विच करांगे। फिर कोविड शोविड हो गया शुरू, लेकिन ਇਹਦਾ मतलब ये नहीं कि असीं नहीं करांगे, ये बिल्कुल करांगे। ये वास्ते असीं हुण बना रहे हैं कि किस तरीके नाल असीं ये रिक्रूटमेंट ड्राइव करनियां ने और कुछ दिनों में तुहाडे सामने ये गल असीं रखांगे ताकि जिन्हां ने अपलाई करना है उस वास्ते करो और असीं इंटरव्यूज़ वगैरह का प्रबंध कर रहे हैं। एक तो ये है, एक मुकुल चोपड़ा जी ने पूछा मैनू कि GNDU का एग्जामिनेशन कदों रखा जाएगा। ये मसला तो है तो ये वाइस चांसलर का और उन्होंने अपने फैसलों का, लेकिन जो मैनू पता लगे है
कि UGC ने बोर्ड एग्जाम्स अर्ली अपने यूनिवर्सिटी के एग्जाम्स अर्ली जुलाई के रखना चाहते हैं और बोर्ड एग्जाम CBSE के भी जुलाई के वास्ते शेड्यूल हुए हैं। लेकिन ये अनाउंसमेंट तो फिर वाइस चांसलर साहब करेंगे किस तरीके नाल UGC नाल गल करके किस तरीके नाल करना चाहते हैं। तीसरा जिहड़ा मैं एक होर सवाल थोड़े नाल करना चाहुंदा है, जिहड़ा मैं समझदा है कि तुसीं बड़ी सोच के तुसीं मैनूं पुछिआ कि ओपोजिशन पार्टीज़ थोड़े ते इल्ज़ाम वगैरह लाउंदियां ने, तुसीं की समझदे हो उसदे बारे? देखो गल ये लड़ाई है साडे भविख दी, अपने बच्चों के भविख की, थोड़े परिवारों के भविख की, पंजाब के हिंदुस्तान के भविख की। और मैं सारे ओपोजिशन पार्टियां सद्दिया सी और मैं उन्होंने बुलाया कि सारे ने मैनू भरोसा दिता सी, हर पार्टी ने, कि असी थोड़ा इस कोविड दे बीमारी के समय थोड़ा पूरी सपोर्ट करांगे। अगर हुण वो भुल गए ने अपना जिहड़ा वायदा मेरे नाल कीता सी और हुण सियासत नूं अगे लिआए ने, फिर मैं की कह सकदा इहदे बारे। वैसे उन्होंने सोचना चाहिए है कि ये पंजाब दे और पंजाब के लोगों का भविख है और जदों ताईं ये लड़ाई मुकदी नहीं और आपां इहदे च फतेह नहीं आपां इत्थे होवांगे तो ये गल पंजाब दे विच फैलदी रहू और इस करके साडा साथ होना चाहिए सी उन्हां दा। और मैं अज भी आस करदा कि जिहड़ा भरोसा उन्होंने मैनू दिता है वो इस कोविड तो इलावा जो मर्जी करो सियासत, लेकिन कोविड विच साडा साथ दिओ ताकि आपां पंजाब नूं और पंजाबियां नूं इस और अपने बच्चों नूं इस तो बचा सकीए। अखीर विच एक ही गल रहेगी करन नूं और वो है थोड़ा धन्नवाद करना। देखो जिस तरीके नाल तुसीं CM रिलीफ फंड वास्ते पैसे भेजे ने, मैं आस नहीं करता सी कि इस तरीके नाल पैसे पहुँचणगे। बहुत पैसे पहुँचे ने। ਉਹਦੀ पहली पेमेंट शायद तुहानूं पता लग्या होना है कि असीं कीती सी, जिहड़े 2 साडे मुलाजम इस उन्हां दी मौतां हो गईयां। एक तो DSP सीगे लुधियाने तो और दूसरे से रेवन्यू महकमे तो एक कानूगो से। उन्हां दोनों नूं असीं इहदी जो देना सीगा उन्हां नूं रिलीफ वगैरह उन्हां दे परिवारां नूं असीं दित्ती है और साडे कोल बहुत पैसे पए ने इस वेले, कोई इहदी तंगी नहीं, कोई प्रॉब्लम नहीं सानूं आउणी। लेकिन धन्नवाद तुहाडा, क्योंकि तुसीं अमाउंट्स कोई भी होवे, तुसीं अपने दिलों अपने प्यार नाल ये भेजिआ अपने पंजाब वास्ते, तो मैं दिलों थोड़ा सारा शुक्रगुजार है। तो मेरे वीरों भैनों, कोई ਇਹੋ ਜਿਹੇ सवाल होण, कोई गल्लां होण जो थोड़े मन च ने, जो तुसीं मेरे नूं पुछना चाहुंदे हो, मैं तुहानूं दस्सिआ हर हफ्ते मैं एक दिन ये थोड़े नाल गल करिया करांगा। जरूर मैनूं लिख के भेजो और मैं कोशिश करूँगा कि सारियां गल्लां दा तुहानूं जवाब देवां। बहुत धन्यवाद।